ਬਹੁਤਾ ਕਹੀਐ ਬਹੁਤਾ ਹੋਏ। ਪਰਮ ਸਨਮਾਨਯੋਗ ਜੁਗ ਜੁਗ ਅਟਲ ਤਖਤ ਜ਼ਬਰ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੋਇਆ। ਲੜੀਵਾਰ ਸਤਿਗੁਰੂ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਆਪਾਂ ਵਿਚਾਰਦੇ ਹਾਂ। ਆਓ ਸਤਿਗੁਰੂ ਦੀ ਜਪਜੀ ਸਾਹਿਬ ਦੀ ਲੜੀਵਾਰ ਬਾਣੀ ਵਿਚਾਰਨ ਤੋਂ ਪਹਿਲਾਂ ਇੱਕ ਵਾਰ ਗੁਰੂ ਬਖਸ਼ੀ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸਜਿਆ ਤੇ ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਮਹਾਰਾਜ ਇੱਕ ਬਚਨ ਆਖਦੇ ਆ। ਕਹਿਣ ਲੱਗੇ ਨੰਦ ਲਾਲ ਇੱਕ ਗੱਲ ਦੱਸ, ਗਮ ਚ ਬਾਸ਼ਦ ਗਮੀ ਕਿਹਨੂੰ ਕਿਹਾ ਜਾਂਦਾ ਹੈ। ਨਾਲ ਹੀ ਹਜ਼ੂਰ ਨੇ ਇੱਕ ਹੋਰ ਬਚਨ ਆਖਿਆ। ਕਹਿਣ ਲੱਗੇ ਚੀਸ਼ਤ ਸ਼ਾਦੀ ਖੁਸ਼ੀ ਕਿਹਨੂੰ ਕਿਹਾ ਜਾਂਦਾ ਹੈ। ਫਾਰਸੀ ਦੇ ਬੋਲ ਨੇ। ਕਲਗੀਧਰ ਮਹਾਰਾਜ ਨੂੰ ਭਾਈ ਨੰਦ ਲਾਲ ਜੀ ਕਹਿਣ ਲੱਗੇ ਸਤਿਗੁਰੂ ਮੇਰੀ ਕੀ ਪਾਇਆ ਮੈਂ ਤੁਹਾਨੂੰ ਦੱਸ ਸਕਾਂ ਵੀ ਖੁਸ਼ੀ ਕੀ ਹੈ ਤੇ ਗਮੀ ਕੀ ਹੈ। ਦਸਮ ਪਿਤਾ ਕਹਿਣ ਲੱਗੇ ਵੀ ਤੇਰੇ ਕੋਲ ਕਵੀ ਹਿਰਦਾ ਹੈ, ਕਵੀ ਹਿਰਦੇ ਦਾ ਮਾਲਕ ਹੈ। ਗੁਰੂ ਨਾਨਕ ਸਾਹਿਬ ਦੀ ਤੇਰੇ ਤੇ ਰਹਿਮਤ ਹੈ ਤੇ ਕੁਝ ਨਾ ਕੁਝ ਦੱਸ। ਗਮ ਚ ਵਾਸ਼ਦ ਚੀਸ਼ਤ ਸ਼ਾਦੀ ਗਮੀ ਕੀ ਹੈ ਤੇ ਖੁਸ਼ੀ ਕੀ ਹੈ। ਭਾਈ ਨੰਦ ਲਾਲ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਆਖਦੇ ਮਹਾਰਾਜ ਜੇ ਪੁੱਛਦੇ ਹੋ ਤੇ ਫਿਰ ਮੈਨੂੰ ਤੇ ਇੰਨੀ ਕੁ ਗਿਆਤ ਹੈ, ਗਫਲਤ ਅੱਜ ਜਾਦੇ ਖੁਦਾ ਵਾਲੇ ਪਾਸੇ ਤੂੰ ਕਿਨਾਰਾ ਕਰ ਲੈਣਾ, ਉਹਦੀ ਯਾਦ ਭੁਲਾ ਦੇਣੀ, ਇਹਦੇ ਤੋਂ ਵੱਧ ਕੇ ਗਮ ਕੋਈ ਨਹੀਂ। ਤੇ ਨਾਲ ਫਿਰ ਵਚਨ ਕਿਹਾ ਬੇਮੁਨਤਾਹ ਯਾਦੇ ਰੱਬ ਦੀ ਬੇਹਿਸਾਬ ਯਾਦ ਆਉਣੀ, ਉਸ ਮਾਲਕ ਦੀ ਨਾਮ ਵਿੱਚ ਜੁੜਨਾ, ਇਹਦੇ ਤੋਂ ਵੱਧ ਕੇ ਖੁਸ਼ੀ ਕੋਈ ਨਹੀਂ। ਮੈਂ ਤਾਂ ਬੇਨਤੀ ਕਹਿ ਰਿਹਾ ਵੀ ਜਦੋਂ ਸਿੱਖ ਗੁਰੂ ਚਰਨਾਂ ਵਿੱਚ ਆਉਂਦਾ ਹੈ ਇਹਦੇ ਤੋਂ ਵੱਧ ਕੇ ਇਹਦੇ ਹਿਰਦੇ ਅੰਦਰ ਪ੍ਰਸੰਨਤਾ ਚਾਉ ਤੇ ਉਮੰਗ ਹੋਰ ਕੋਈ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਪਜੀ ਸਾਹਿਬ ਦੀ ਬਾਣੀ ਆਪਾਂ ਵਿਚਾਰ ਰਹੇ ਹਾਂ। ਜਪਜੀ ਸਾਹਿਬ ਦੇ ਪਾਠ ਅੰਦਰ ਇੱਕ ਗੱਲ ਹਜ਼ੂਰ ਬਾਰ-ਬਾਰ ਕਈ ਥਾਵਾਂ ਤੇ ਕਹਿ ਰਹੇ ਨੇ ਵੀ ਉਸ ਮਾਲਕ ਦਾ ਜਿਹੜਾ ਅੰਤ ਕੋਈ ਨਹੀਂ, ਉਹਦੇ ਗੁਣ ਗਾ ਸਕਨੇ। ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੋਨੋਂ ਗੱਲਾਂ ਨਾਲ ਨਾਲ ਕਹਿ ਰਹੇ ਨੇ। ਇੱਕ ਪਾਸੇ ਕਹਿੰਦੇ ਆ ਵੀ ਮੇਰਾ ਚਾਉ ਹੈ ਹੀ ਇਸੇ ਗੱਲ ਵਿੱਚ ਕਿ ਮੈਂ ਪਰਮੇਸ਼ਵਰ ਦੇ ਗੁਣ ਗਾ ਸਕਾਂ। ਜਾਂ ਇੱਕ ਥਾਂ ਬਚਨ ਆਉਂਦਾ ਹੈ ਮੇਰਾ ਚਾਉ ਓਨਾ ਸਮਾਂ ਲੈਂਦਾ ਹੀ ਨਹੀਂ, ਪੂਰਾ ਹੀ ਨਹੀਂ ਹੁੰਦਾ ਜਿੰਨਾ ਸਮਾਂ ਪਰਮੇਸ਼ਵਰ ਦੀ ਸਿਫਤ ਨਾ ਕਰਾਂ। ਉੱਥੇ ਕਈ ਬਚਨ ਵੀ ਵਰਤੇ ਮਹਾਰਾਜ ਨੇ। ਕਹਿਣ ਲੱਗੇ ਜੇ ਮੇਰੇ ਲਈ ਕੋਈ ਨਦੀਆਂ ਦੁੱਧ ਦੀਆਂ ਵਗਾ ਦੇ, ਸੋਮੇ ਘਿਓ ਦੇ ਵਗ ਜਾਣ, ਨਦੀਆਂ ਦੁੱਧ ਦੀਆਂ ਵਗ ਜਾਣ, ਪਹਾੜਾਂ ਵਿੱਚੋਂ ਸੋਮੇ ਘਿਓ ਦੇ ਵਗ ਜਾਣ ਤੇ ਸਾਰੀ ਧਰਤੀ ਸ਼ੱਕਰ ਬਣ ਜਾਏ, ਮਿੱਠੇ ਪਦਾਰਥਾਂ ਦੀ ਬਣ ਜਾਏ, ਤੇ ਕੋਈ ਮੈਨੂੰ ਆ ਕੇ ਪੁੱਛੇ ਵੀ ਸਾਰੀ ਧਰਤੀ ਮਿੱਠੇ ਪਦਾਰਥਾਂ ਦੀ ਬਣ ਗਈ, ਪਹਾੜ ਗਹਿਣਿਆਂ ਦੇ ਸੋਨੇ ਚਾਂਦੀ ਆਦਿਕ ਦੇ ਬਣ ਜਾਣ, ਤੇ ਕੋਈ ਪੁੱਛੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨਦੀਆਂ ਦੁੱਧ ਦੀਆਂ ਵਗੀਆਂ, ਸੋਮੇ ਘਿਓ ਦੇ ਵਗ ਗਏ, ਪਹਾੜ ਗਹਿਣੇ ਕੀਮਤੀ ਪਦਾਰਥ ਬਣ ਗਏ,
ਤੁਹਾਡਾ ਚਾਅ ਪੂਰਾ ਹੋ ਗਿਆ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਮੇਰਾ ਚਾਅ ਉਹਨਾਂ ਸਮਾਂ ਪੂਰਾ ਨਹੀਂ ਜਿੰਨਾ ਸਮਾਂ ਮੈਂ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਮੁਖ ਤੋਂ ਆਖ ਨਾ ਲਵਾਂ। ਇਹ ਬਾਣੀ ਵਿੱਚ ਇੱਕ ਬਚਨ ਆਉਂਦਾ, ਮਹਾਰਾਜ ਕਹਿੰਦੇ ਆ, ਨਦੀਆਂ ਹੋਵੇ ਧੇਨਵਾ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੈ ਨਿਤ ਜੀਓ। ਪਰਬਤ ਹੀਰਾ ਰੂਪਾ ਹੋਵੇ, ਮਹਾਰਾਜ ਕਹਿੰਦੇ ਪੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਜਿੰਨਾ ਸਮਾਂ ਨਾਮ ਨਾ ਕਹਾਂ ਤੇ ਮੇਰੇ ਅੰਦਰ ਉਹਨਾਂ ਸਮਾਂ ਚਾਉ ਨਹੀਂ ਪੈਦਾ ਹੁੰਦਾ। ਤੇ ਗੁਰੂ ਨੇ ਇੱਕ ਬਚਨ ਨਾਲ ਹੋਰ ਕਿਹਾ, ਕਹਿੰਦੇ ਕੱਲੀ ਇਹਦੀ ਗੱਲ ਛੱਡੋ ਵੀ ਮੇਰੇ ਸਰੀਰ ਤੇ ਜੇ ਦੁੱਖ ਲੱਗ ਜਾਣ, ਰਾਹੂ ਤੇ ਕੇਤੂ ਮੈਨੂੰ ਘੇਰ ਲੈਣ, ਬਚਨੇ ਵਰਤਿਆ, ਅੱਤ ਦੀ ਵਿਪਤਾ ਬਣੇ ਤੇ ਜਿਹੜਾ ਦੁਸ਼ਮਣ ਹੈ ਨਾ, ਉਹ ਵਕਤ ਦਾ ਜਿਹੜਾ ਬਾਦਸ਼ਾਹ ਮੇਰਾ ਖੂਨ ਪੀਣ ਤੇ ਉਤਰ ਆਵੇ, ਉਹਦੀ ਬਿਰਤੀ ਅਜਿਹੀ ਬਣ ਜਾਏ ਕਿ ਉਹ ਮੇਰਾ ਖੂਨ ਪੀਣ ਤੇ ਉਤਰ ਆਵੇ। ਤੇ ਕੋਈ ਪੁੱਛੇ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਇੰਨੀ ਵਿਪਤਾ, ਤੁਹਾਡੇ ਦੇਹ ਨੂੰ ਦੁੱਖ ਲੱਗ ਗਿਆ, ਰਾਹੂ ਕੇਤੂ ਨੇ ਤੁਹਾਨੂੰ ਘੇਰਿਆ, ਮਹਾਰਾਜ ਬਖਤੀ ਬਾਦਸ਼ਾਹ ਤੁਹਾਡਾ ਖੂਨ ਪੀਣ ਨੂੰ ਤਿਆਰ ਹੈ, ਤੇ ਤੁਹਾਡੇ ਅੰਦਰ ਦਰਦ ਹੋਏਗਾ, ਤੁਹਾਨੂੰ ਨਾਮ ਭੁੱਲ ਗਿਆ ਹੋਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਭਾਵੇਂ ਅੱਤ ਦੀ ਵਿਪਤ ਹੈ ਪਰ ਮੈਂ ਨਾਮ ਆਪਣੇ ਮੁਖ ਤੋਂ ਕਹਿਣ ਲੱਗਿਆ, ਨਾਮ ਤੋਂ ਬਿਨਾ ਮੇਰੇ ਹਿਰਦੇ ਅੰਦਰ ਉਮੰਗ ਪੈਦਾ ਨਹੀਂ ਹੁੰਦਾ। ਭਾਵੇਂ ਵਿਪਤਾ ਹੈ ਪਰ ਮੈਂ ਨਾਮ ਕਦੀ ਆਪਣੀ ਸੁਰਤ ਤੋਂ ਭੁਲਾਉਂਦਾ ਨਹੀਂ। ਇਹ ਵੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਜੇ ਦੇਹ ਹੈ ਦੁੱਖ ਲਾਈਐ, ਪਾਪ ਗਰੇ ਦੋਇ ਰਾਹ, ਰਤ ਪੀਨੇ ਰਾਜੇ ਸਿਰੈ, ਉਪਰ ਰਖੀਏ ਏਵੈ ਜਾਪੈ ਭਾਉ, ਭੀ ਤੇਰੀ ਕੀਮਤ ਨਾ ਪਵੈ, ਹੂੰ ਕੇਵੜ ਆਖਾਂ ਨਾਉ। ਤਾਂ ਬੜੇ ਧਿਆਨ ਨਾਲ ਬੇਨਤੀ ਨੂੰ ਸੁਣਿਓ ਵੀ ਜਪਜੀ ਸਾਹਿਬ ਦੇ ਅੰਦਰ ਇੱਕ ਗੱਲ ਬੜੀ ਖਾਸ ਕਰਕੇ ਮਿਲਦੀ ਆ। ਬਾਰ-ਬਾਰ ਸਤਿਗੁਰੂ ਕਹਿਣਗੇ ਵੀ ਉਸ ਮਾਲਕ ਦਾ ਅੰਤ ਨਹੀਂ ਹੈ, ਪਰ ਉਹਦੇ ਗੁਣ ਗਾਉਣ ਦੀ ਤਾਕੀਦ ਵੀ ਕਰਨਗੇ ਨਾਲ ਨਾਲ। ਹੁਣ ਇਸ ਪੌੜੀ ਵਿੱਚ ਕਿਹਾ, ਕਹਿੰਦੇ ਅੰਤ ਨਾ ਸਿਫਤੀ ਕਹਿਨ ਨਾ ਅੰਤ। ਮਹਾਰਾਜ ਕਹਿੰਦੇ ਕੋਈ ਆਪਣੇ ਮੁਖ ਤੋਂ ਰਸਨਾ ਤੋਂ ਪਰਮੇਸ਼ਵਰ ਦੀ ਸਿਫਤ ਕਰੇ, ਉਸ ਮਾਲਕ ਦੇ ਗੁਣਾਂ ਨੂੰ ਗਾਏ, ਰਸਨਾ ਤੋਂ ਉਸ ਮਾਲਕ ਦੇ ਗੁਣਾਂ ਨੂੰ ਕਹੀ ਜਾਏ, ਤੇ ਕਹਿਣ ਤੇ ਜਪਨ ਨਾਲ ਉਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਬਚਨ ਤੇ ਆਪਾਂ ਰੋਜ਼ਾਨਾ ਪੜ੍ਹਦੇ ਹਾਂ। ਰਹਿਰਾਸ ਸਾਹਿਬ ਦੇ ਪਾਠ ਅੰਦਰ ਮਹਾਰਾਜ ਨੇ ਕਿਹਾ ਨਾ ਵੀ ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਸੁਣ ਕੇ ਸਾਰੇ ਕਹਿ ਰਹੇ ਨੇ ਪ੍ਰਮਾਤਮਾ ਬੜਾ ਵੱਡਾ ਹੈ, ਉਹ ਬੜਾ ਬੇਅੰਤ ਹੈ, ਪਰ ਸਾਹਿਬ ਕਹਿੰਦੇ ਜਦੋਂ ਕੋਈ ਉਹਦੇ ਚਰਨਾਂ ਵਿੱਚ ਜੁੜਦਾ ਹੈ, ਉਹਨੂੰ ਅਨੁਭਵ ਹੁੰਦਾ ਵੀ ਉਹ ਬੇਅੰਤ ਹੈ। ਤੇ ਫਿਰ ਨਾਲ ਅਗਲੇ ਬਚਨ ਵਰਤੇ, ਕਹਿੰਦੇ ਕੀਮਤ ਪਾਏ ਨਾ ਕਹਿਆ ਜਾਏ, ਨਾ ਤੇ ਉਹਦੀ ਪੂਰਨ ਤੌਰ ਤੇ ਕੋਈ ਕੀਮਤ ਪੈ ਸਕਦੀ ਹੈ, ਨਾ ਹੀ ਉਹਦੇ ਪੂਰਨ ਤੌਰ ਤੇ ਉਹਦੇ ਪ੍ਰਤੀ ਕੁਝ ਕਿਹਾ ਜਾ ਸਕਦਾ। ਹਾਂ ਇੰਨਾ ਜ਼ਰੂਰ ਵੀ ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਹੜਾ ਕਹਿੰਦਾ ਹੈ ਉਹ ਉਸ ਮਾਲਕ ਦੇ ਵਿੱਚ ਸਮਾ ਜਾਂਦਾ। ਤਾਂ ਉੱਥੇ ਮਹਾਰਾਜ ਨੇ ਕੀ ਕਿਹਾ, ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਾਰੇ ਕਹਿਣ ਵਾਲੇ ਨੇ, ਮਹਾਰਾਜ ਕਹਿੰਦੇ ਸੁਰਤ ਟਿਕਾਉਣ ਵਾਲਿਆਂ ਨੇ ਸੁਰਤ ਟਿਕਾਈ, ਗਿਆਨੀਆਂ ਨੇ ਗਿਆਨ ਦੀ ਗੱਲ ਕੀਤੀ, ਧਿਆਨੀਆਂ ਨੇ ਧਿਆਨ ਲਾਇਆ, ਸਾਰਿਆਂ ਯਤਨ ਕੀਤਾ, ਪਰ ਸਤਿਗੁਰੂ ਕਹਿਣ ਲੱਗੇ ਇੱਕ ਤਿਲ ਮਾਤਰ ਵੀ ਵਡਿਆਈ ਉਸ ਮਾਲਕ ਦੀ ਕਹਿ ਨਹੀਂ ਸਕੇ। ਯਤਨ ਸਾਰਿਆਂ ਕੀਤਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਨ ਨਾ ਜਾਈ ਤੇਰੀ ਤਿਲ ਵਡਿਆਈ। ਪਰ ਤਿਲ ਮਾਤਰ ਵੀ ਉਹਦੀ ਕੋਈ ਕੀਮਤ ਨਹੀਂ ਪਾ ਸਕਿਆ।
ਤਾਂ ਹਜ਼ੂਰ ਨੇ ਇਹ ਜਿਹੜਾ ਬਚਨ ਵਰਤਿਆ ਹੈ, ਮਹਾਰਾਜ ਕਹਿੰਦੇ ਭਾਈ ਅੰਤ ਨਾ ਸਿਫਤੀ ਕਹਿਨ ਨਾ ਅੰਤ। ਮਹਾਰਾਜ ਕਹਿੰਦੇ ਉਹਦੀ ਸਿਫਤ ਕਰ ਕਰਕੇ ਤੇ ਕੋਈ ਇੱਕ ਥੋੜਾ ਜਿਹਾ ਵੀ ਉਸ ਮਾਲਕ ਦਾ ਕੋਈ ਅੰਤ ਨਹੀਂ ਪਾ ਸਕਿਆ। ਸਤਿਗੁਰੂ ਦੇ ਸ੍ਰੀ ਰਾਗ ਵਿੱਚੋਂ ਸ਼ਬਦ ਆਉਂਦੇ ਆ, ਮਹਾਰਾਜ ਨੇ ਬਚਨ ਉੱਥੇ ਵੀ ਕਈ ਕਹੇ। ਇੱਕ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਕਹਿੰਦੇ ਜੇ ਮੇਰੀ ਕਰੋੜਾਂ ਸਾਲ ਉਮਰ ਹੋ ਜਾਏ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਨ ਅਪਿਆਉ। ਸ਼ਬਦ ਦੇ ਅਰਥ ਵੱਲ ਜ਼ਰੂਰ ਧਿਆਨ ਦਿਓ। ਮਹਾਰਾਜ ਕਹਿੰਦੇ ਕਰੋੜਾਂ ਸਾਲ ਉਮਰ ਹੋ ਜਾਏ ਤੇ ਮੈਂ ਆਪਣੀ ਖੁਰਾਕ ਵੀ ਪੌਣ ਤੇ ਪਾਣੀ ਨਾਲ ਹੀ ਗੁਜ਼ਾਰਾ ਕਰ ਲਵਾਂ। ਪੌਣ ਵਿੱਚੋਂ ਖੁਰਾਕ ਜਿਹਨੂੰ ਕਿਹਾ ਜਾਂਦਾ ਹੈ ਨਾ, ਇਹ ਪੌਣਹਾਰੀ ਹੋ ਗਿਆ। ਆਪਣੀ ਖੁਰਾਕ ਵੀ ਪੌਣ ਵਿੱਚੋਂ ਪੂਰੀ ਕਰਾਂ ਤੇ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨੇ ਥਾਉ। ਕਦੇ ਬਾਹਰ ਨਿਕਲ ਕੇ ਮੈਂ ਚੰਦਰਮਾ ਤੇ ਸੂਰਜ ਨਾ ਵੇਖਿਆ ਹੋਵੇ। ਅੰਦਰ ਹੀ ਬੈਠ ਕੇ ਗੁਫਾ ਦੇ ਅੰਦਰ ਪੌਣ ਵਿੱਚੋਂ ਖੁਰਾਕ ਲੈ ਲਵਾਂ ਤੇ ਪਰਮੇਸ਼ਵਰ ਦੀ ਸਿਫਤ ਦੇ ਗੁਣ ਗਾਈ ਜਾਵਾਂ। ਪਰ ਸੱਚ ਇਹ ਮਾਲਕਾ ਵੀ ਇੰਨਾ ਕੁਝ ਕਰਕੇ ਵੀ ਨਾ ਇੱਕ ਤਿਲ ਮਾਤਰ ਵੀ ਤੇਰੀ ਕੋਈ ਕੀਮਤ ਨਹੀਂ ਪਾ ਸਕਦਾ। ਬਚਨ ਵਰਤੇ ਬਾਣੀ ਨੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਨ ਅਪਿਆਉ। ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਉ। ਸੁਪਨੇ ਵਿੱਚ ਕਦੇ ਨੀਂਦ ਨਾ ਲਈ ਹੋਵੇ, ਵੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾਂ ਨਾਉ। ਕਹਿੰਦੇ ਹੇ ਮਾਲਕ ਮੈਂ ਕਿੰਨੀ ਕੁ ਸਿਫਤ ਕਰਾਂ, ਤੇਰੀ ਰੱਤਾ ਮਾਤਰ ਵੀ ਥੋੜੀ ਜਿਹੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਤੂੰ ਇੰਨਾ ਬੇਅੰਤ ਹੈ। ਬਾਣੀ ਵਿੱਚ ਤੇ ਇੱਕ ਬਚਨ ਮਹਾਰਾਜ ਨੇ ਨਾਲ ਹੋਰ ਵੀ ਕਿਹਾ, ਕਹਿੰਦੇ ਕੋਈ ਬੰਦਾ ਆਪਣੇ ਸਰੀਰ ਨੂੰ ਕੋਹ ਸੁੱਟੇ, ਟੁਕੜੇ ਕਰ ਲਵੇ, ਬਿਲਕੁਲ ਬਰੀਕ ਕਰ ਲੈ ਪੀ ਕੇ ਤਨ ਦੇ ਟੁਕੜਿਆਂ ਨੂੰ, ਤੇ ਅੱਗ ਵਿੱਚ ਦੇ ਸਾੜ, ਤੇ ਇਸ ਤਰ੍ਹਾਂ ਹੀ ਸੋਚੇ ਵੀ ਰੱਬ ਦੇ ਲਈ ਕੋਈ ਆਪਣੇ ਤਨ ਦੇ ਟੁਕੜੇ ਕਰਕੇ ਉਹਨੂੰ ਪੀ ਕੇ ਤੇ ਅੱਗ ਵਿੱਚ ਸਾੜ ਦੇ, ਸ਼ਾਇਦ ਰੱਬ ਦਾ ਇੰਨੀ ਕੋਈ ਘੋਰ ਤਪੱਸਿਆ ਨਾਲ ਅੰਤ ਪੈ ਸਕੇ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਇੰਨਾ ਕੁਝ ਕਰਕੇ ਵੀ ਉਸ ਮਾਲਕ ਦਾ ਕੋਈ ਅੰਤ ਨਹੀਂ। ਬਾਣੀ ਵਿੱਚ ਇਹ ਵੀ ਬਚਨ ਹੁੰਦਾ ਹੈ, ਕਹਿੰਦੇ ਕੁੱਸਾ ਕਟੀਆਂ ਵਾਰ ਵਾਰ ਪੀਸਨ ਪੀਸਾ ਪਾਏ, ਅੱਗੀ ਸੇਤੀ ਜਾਲੀਆ ਭਸਮ ਛੇਤੀ ਡਲ ਜਾਓ, ਪੀ ਤੇਰੀ ਕੀਮਤ ਨਾ ਪਵੈ, ਹੂੰ ਕੇਵੜ ਆਖਾਂ ਨਾਉ। ਇੱਥੇ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਕਹਿ ਰਹੇ ਆ, ਕਹਿਣ ਲੱਗੇ ਅੰਤ ਨਾ ਸਿਫਤੀ ਕਹਿਨ ਨਾ ਅੰਤ। ਹੇ ਮਾਲਕ ਕੋਈ ਤੇਰੀ ਸਿਫਤ ਕਰਕੇ ਤੇ ਤੇਰੇ ਗੁਨਾਹ ਨੂੰ ਕਹਿ ਕਹਿ ਕੇ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਕਹਿਨ ਨਾ ਅੰਤ। ਫਿਰ ਅਗਲਾ ਬਚਨ ਵਰਤਿਆ, ਕਹਿੰਦੇ ਅੰਤ ਨਾ ਸਿਫਤੀ ਕਹਿਨ ਨਾ ਅੰਤ, ਅੰਤ ਨਾ ਕਰਨੈ ਦੇਨ ਨਾ ਅੰਤ। ਕਰਨੇ ਦਾ ਅਰਥ ਤੂੰ ਕੀ ਕੁਝ ਕੀਤਾ ਹੋਇਆ। ਕਰਤਾਰ ਪੁਰਖ ਵਾਹਿਗੁਰੂ ਨੇ, ਕਾਦਰ ਨੇ ਕੁਦਰਤ ਵਿੱਚ ਕੀ ਕੁਝ ਬਣਾਇਆ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਕਰਨੇ। ਫਿਰ ਅੱਗੇ ਕਿਹਾ ਇੱਕ ਬਚਨ ਦੇਨ ਨਾ ਅੰਤ। ਦੇਣ ਦਾ ਅਰਥ ਤੂੰ ਜੀਵਾਂ ਦੀ ਝੋਲੀ ਵਿੱਚ ਕਿੰਨੀਆਂ ਕੁ ਦਾਤਾਂ ਪਾਈ ਜਾ ਰਹੇ ਹੈ। ਜੀਵ ਤੇਰੀਆਂ ਦਾਤਾਂ ਲਈ ਜਾ ਰਹੇ ਨੇ, ਭੋਗੀ ਜਾ ਰਹੇ ਨੇ। ਪਿੱਛੇ ਪੜ੍ਹਿਆ ਸੀ ਨਾ ਬਚਨ ਵੀ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਤੂੰ ਮਾਲਕ ਜੀਵਾਂ ਨੂੰ ਦਾਤ ਦੇਈ ਜਾ ਰਹੇ ਤੇ ਜੀਵ ਦਾਤਾਂ ਲੈ ਲੈ ਕੇ ਭੋਗ ਭੋਗ ਕੇ ਚਲੀ ਜਾ ਰਹੇ ਨੇ। ਤੇ ਇੱਥੇ ਬਚਨ ਵਰਤਿਆ ਮਹਾਰਾਜ ਨੇ, ਸਤਿਗੁਰੂ ਕਹਿੰਦੇ ਅੰਤ ਨਾ ਕਰਨੈ। ਕਰਨੇ ਦਾ ਅਰਥ ਉਸ ਮਾਲਕ ਕਾਦਰ ਨੇ ਕੀ ਕੁਝ ਬਣਾਇਆ, ਕੁਦਰਤ ਅੰਦਰ ਕੋਈ ਇਹਦਾ ਅੰਤ ਨਹੀਂ ਪਾ ਸਕਦਾ। ਦੇਨ ਨਾ ਅੰਤ। ਦੇਨ ਨਾ ਅੰਤ ਦਾ ਅਰਥ ਹੈ ਉਹ ਜੀਵਾਂ ਨੂੰ ਕਿਵੇਂ ਕਿਵੇਂ ਦਾਤਾਂ ਦੇਈ ਜਾ ਰਿਹਾ ਹੈ, ਕਿਵੇਂ ਕਿਵੇਂ ਰਿਜ਼ਕ ਦੇਈ ਜਾ ਰਿਹਾ ਹੈ, ਕਿਵੇਂ ਕਿਵੇਂ ਸਰੀਰਾਂ ਨੂੰ ਪਾਲੀ ਜਾ ਰਿਹਾ ਹੈ, ਇਹਦਾ ਵੀ ਕੋਈ ਅੰਤ ਨਹੀਂ ਹੈ।
ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਹ ਬਚਨ ਹੈ। ਮਹਾਰਾਜ ਪਹਿਲਾਂ ਆਰੰਭਤਾ ਵਿੱਚ ਕਹਿੰਦੇ ਵੀ ਬੰਦੇ ਆਪਣੇ ਚਿੱਤ ਵਿੱਚ ਨਾ ਤੂੰ ਫੁਰਨੇ ਘੱਟ ਬਣਾਇਆ ਕਰ, ਨਹੀਂ ਆਪਣੇ ਚਿੱਤ ਨੂੰ ਦੌੜਾ ਇਧਰ ਉਧਰ ਬਹੁਤਾ। ਤੂੰ ਇੱਕ ਕੰਮ ਕਰਿਆ ਕਰ, ਰੱਬ ਦੇ ਸ਼ੁਕਰ ਵਿੱਚ ਜੁੜਿਆ ਕਰ, ਕਿਉਂਕਿ ਹੋਣਾ ਉਹ ਹੈ ਜਿਹੜਾ ਉਹ ਕਰ ਰਿਹਾ, ਤੇਰੇ ਕੱਲੀ ਫੁਰਨੇ ਨੇ। ਤਾਂ ਗੁਰੂ ਨੇ ਅਗਲੇ ਫਿਰ 3 ਉਦਾਹਰਨ ਦਿੱਤੇ, 3 ਬਚਨ ਕਹੇ ਮਹਾਰਾਜ ਨੇ। ਕਹਿੰਦੇ ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਵਿਵੇ ਨਾ ਜਾਣਸ ਕੋਈ, ਜੇ ਧਾਵੇ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਤੂੰ ਭਾਵੇਂ ਦੌੜਿਆ ਫਿਰ, ਪਰ ਹੋਏਗਾ ਉਹ ਜੋ ਕਰਤਾਰ ਪੁਰਖ ਕਰਦਾ। ਫਿਰ 3 ਉਦਾਹਰਨਾਂ ਕਹਿੰਦੇ ਉਹਦੀ ਦਾਤ ਵੇਖ ਕਿੰਨਾ ਬੇਅੰਤ ਹੈ। ਪਹਿਲਾ ਬਚਨ ਵਰਤਿਆ, ਕਹਿੰਦੇ ਮਾਤਾ ਦੇ ਉਦਰ ਵਿੱਚ ਜੀਵ ਪਲਦਾ, ਬੱਚਾ ਪਲਦਾ, ਉਹ ਇੰਨਾ ਬੇਅੰਤ ਹੈ ਕਿ ਜਠਰ ਅਗਨੀ ਬਲਦੀ ਆ ਤੇ ਮਾਂ ਦੇ ਉਦਰ ਵਿੱਚ ਵੀ ਉਹ ਜੀਵ ਨੂੰ ਰਿਜ਼ਕ ਦੇਈ ਜਾ ਰਿਹਾ, ਪਾਲੀ ਜਾ ਰਿਹਾ, ਸੰਭਾਲੀ ਜਾ ਰਿਹਾ। ਤੂੰ ਸ਼ੁਕਰ ਕਰ ਉਹਦਾ। ਤੇ ਕਿਸੇ ਕਿਹਾ ਵੀ ਇੱਥੇ ਤੇ ਮਾਂ ਖੁਰਾਕ ਖਾਂਦੀ ਹੈ ਤਾਂ ਰਿਜ਼ਕ ਪੁੱਤਰ ਨੂੰ ਮਿਲਦਾ ਹੈ। ਮਹਾਰਾਜ ਦੂਜਾ ਬਚਨ ਆਖਦੇ ਆ, ਕਹਿਣ ਲੱਗੇ ਕਦੀ ਕੱਚੂ ਕੰਮੀ ਵੇਖੀ ਆ? ਕੱਚੂ ਕੰਮੀ ਨੂੰ ਰੱਬ ਨੇ ਦੁੱਧ ਦੀ ਦਾਤ ਨਹੀਂ ਦਿੱਤੀ। ਤੇ ਦੂਸਰੀ ਗੱਲ, ਉਹ ਆਪਣੇ ਬੱਚਿਆਂ ਨੂੰ ਪਾਣੀ ਵਿੱਚੋਂ ਬਾਹਰ ਆ ਕੇ ਅੰਡਿਆਂ ਨੂੰ ਸਫੈਦ ਥਾਂ ਤੇ ਦੇਏਗੀ, ਖੁਦ ਪਾਣੀ ਵਿੱਚ ਚਲੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਉਹ ਕਦੀ ਬਾਹਰ ਬੱਚਿਆਂ ਨੂੰ ਲੈਣ ਵੀ ਨਹੀਂ ਆਉਂਦੀ। ਤੂੰ ਵੇਖ ਰੱਬ ਦੀ ਕਿੰਨੀ ਨਜ਼ਰ ਹੈ, ਉਹ ਕੱਲਾ ਧਿਆਨ ਟਿਕਾ ਕੇ ਰੱਖਦੀ ਆ। ਇੱਕ ਧਿਆਨ ਦੀ ਬਦੌਲਤ ਉਹ ਅੰਡੇ ਫੁੱਟਦੇ ਆ, ਬੱਚੇ ਬਾਹਰ ਨਿਕਲਦੇ ਆ ਕੱਚੂ ਕੰਮੀ ਦੇ। ਤੇ ਮਹਾਰਾਜ ਕਹਿੰਦੇ ਉਹ ਪਾਣੀ ਵਿੱਚੋਂ ਬਾਹਰ ਆ ਕੇ ਲੈਣ ਨਹੀਂ ਆਉਂਦੀ, ਪਾਣੀ ਵਿਚਕਾਰ ਬੈਠੀ। ਗੁਰੂ ਅਰਜਨ ਸਾਹਿਬ ਕਹਿੰਦੇ ਉਹ ਆਪਣੇ ਬੱਚਿਆਂ ਨੂੰ ਅੰਦਰ ਬੁਲਾ ਲੈਂਦੀ। ਨਾ ਉਹਦੇ ਕੋਲ ਦੁੱਧ ਦੀ ਦਾਤ ਹੈ, ਰੱਬ ਉਹਦੇ ਬੱਚਿਆਂ ਨੂੰ ਵੀ ਪਾਲਦਾ, ਸੰਭਾਲਦਾ। ਤੇ ਤੀਸਰਾ ਫਿਰ ਬਚਨ ਵਰਤਿਆ ਹਜ਼ੂਰ ਨੇ, ਕਹਿਣ ਲੱਗੇ ਜੇ ਨਹੀਂ ਭਰੋਸਾ ਵੱਜਦਾ ਤੇ ਰੱਬ ਇੰਨਾ ਬੇਅੰਤ ਹੈ, ਉਹਨੇ ਪੱਥਰਾਂ ਵਿੱਚ ਵੀ ਕੀਟ ਪੈਦਾ ਕੀਤੇ ਨੇ। ਜਿੱਥੋਂ ਦੀ ਖੁਰਾਕ ਜਾਣੀ ਤੇ ਦੂਰ ਦੀ ਗੱਲ ਹਵਾ ਕ੍ਰੋਸ ਹੋ ਸਕੇ, ਇਹ ਵੀ ਰਸਤਾ ਨਹੀਂ ਹੈ। ਰੱਬ ਉੱਥੇ ਵੀ ਜੀਵਾਂ ਨੂੰ ਰਿਜ਼ਕ ਦੇ ਕੇ ਸੰਭਾਲੀ ਜਾ ਰਿਹਾ। ਉਹ ਇਵੇਂ ਦਾਤ ਦੇਣ ਵਾਲਾ ਹੈ, ਅੰਤ ਨਾ ਕਰਨੇ ਦੇਨ ਨਾ ਅੰਤ। ਤੇ ਇਹ ਬਚਨ ਆਉਂਦਾ ਹੈ ਮਹਾਰਾਜ ਦੀ ਬਾਣੀ ਦਾ, ਕਹਿੰਦੇ ਰੇ ਚਿਤ ਚੇਤਸ ਕੀ ਨਾ ਦਇਆਲ ਦਮੋਦਰ, ਵਿਵੇ ਨ ਜਾਣਸ ਕੋਈ, ਜੇ ਧਾਵੇ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਦਕ ਉਦਰ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਕੁੰਮੀ ਜਲ ਮਹਿ ਤਨ ਤਿਸ ਬਾਹਰ, ਪੰਖ ਖੀਰ ਚੋ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਹੇ ਮਨਾ ਤੂੰ ਡਰਿਆ ਨਾ ਕਰ, ਭਰਮਿਆ ਨਾ ਕਰ, ਤੂੰ ਭਟਕਿਆ ਨਾ ਕਰ, ਰੱਬ ਤੇ ਭਰੋਸਾ ਰੱਖ, ਉਹ ਬੜਾ ਬੇਅੰਤ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਉਹ ਪੱਥਰਾਂ ਵਿੱਚ ਕੀਟਾਂ ਨੂੰ ਪਾਲਦਾ। ਮੈਂ ਕਈ ਵਾਰੀ ਅਰਜ਼ ਕਰਨਾ ਆਪ ਜੀ ਨੂੰ ਧਿਆਨ ਵਿੱਚ ਹੋਵੇ, ਜਿਹੜਾ ਸ਼ਿਵਾਜੀ ਮਰਾਠਾ ਸੀ ਨਾ, ਇਹਦਾ ਗੁਰੂ ਸੀ ਸਮਰੱਥ ਰਾਮਦਾਸ। ਇਹ ਸਮਰੱਥ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਇਹਦਾ ਮਿਲਾਪ ਹੋਇਆ ਸੀ। ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬੜੀਆਂ ਬਖਸ਼ਿਸ਼ਾਂ ਲਈਆਂ, ਬੜਾ ਭਲਾ ਪੁਰਖ ਸੀ। ਤੇ ਸਮਰੱਥ ਰਾਮਦਾਸ ਇੱਕ ਦਿਨ ਸ਼ਿਵਾਜੀ ਮਰਾਠਾ ਕੋਲ ਗਏ। ਜਦੋਂ ਗਏ ਤੇ ਸ਼ਿਸ਼ ਸੀ, ਇਹਦਾ ਚੇਲਾ ਸੀ। ਤੇ ਸ਼ਿਵਾਜੀ ਮਰਾਠਾ ਨੇ ਬਣਾਇਆ ਸੀ ਮਹਲ ਨਵਾਂ, ਆਪਣਾ ਮਹਿਲ ਬਣਾਇਆ ਸੀ।
ਉਹਨੇ ਆਪਣੇ ਗੁਰੂ ਸਮਰੱਥ ਰਾਮਦਾਸ ਨੂੰ ਕਿਹਾ, ਕਹਿਣ ਲੱਗਿਆ, ਗੁਰੂ ਜੀ ਵੇਖੋ ਮੈਂ ਕਿੱਡਾ ਵੱਡਾ ਮਹੱਲ ਬਣਾਇਆ, ਕਈ ਮਹੀਨੇ ਲੱਗ ਗਏ ਇਹਨੂੰ ਬਣਦਿਆਂ, ਹਜ਼ਾਰਾਂ ਮਜ਼ਦੂਰ ਲੱਗੇ, ਤੇ ਗੁਰੂ ਜੀ ਵੇਖੋ ਮੇਰੇ ਕਰਕੇ ਕਿੰਨੇ ਜੀਵਾਂ ਨੂੰ ਰਿਜ਼ਕ ਮਿਲਿਆ। ਜੇ ਮੈਂ ਮਹਿਲ ਬਣਾਇਆ ਤੇ ਮੇਰੇ ਕਾਰਨ ਇਹਨਾਂ ਨੂੰ ਰਿਜ਼ਕ ਮਿਲਿਆ, ਕਿੰਨੇ ਮਜ਼ਦੂਰ ਲੱਗੇ, ਕਾਰੀਗਰ ਲੱਗੇ। ਸਮਰੱਥ ਰਾਮਦਾਸ ਜੀ ਇੱਕ ਗੱਲ ਸਮਝ ਗਏ ਵੀ ਇਹ ਅੰਦਰੋਂ ਅਹੰਕਾਰੀ ਹੋ ਗਿਆ, ਇਹ ਕਰਤਾਰ ਭੁੱਲ ਗਿਆ, ਕਰਤਾ ਪੁਰਖ ਭੁੱਲ ਗਿਆ ਤੇ ਖੁਦ ਕਰਤਾ ਬਣ ਗਿਆ। ਕਹਿੰਦੇ ਉਹਨਾਂ ਖਲੋਤਿਆਂ ਕਿਹਾ ਵੀ ਸ਼ਿਵਾ ਜੀ ਆ ਪੱਥਰ ਚੁੱਕ ਖਾਂ। ਉਹਨੇ ਪੱਥਰ ਚੁੱਕਿਆ ਤੇ ਕਹਿਣ ਲੱਗੇ ਇਸ ਪੱਥਰ ਤੇ ਪੱਥਰ ਮਾਰ। ਜਿਹੜਾ ਚੁੱਕਿਆ ਸੀ ਪੱਥਰ, ਉਹ ਜਦੋਂ ਪੱਥਰ ਤੇ ਸੁੱਟਿਆ ਤੇ ਉਹਦੇ ਟੁਕੜੇ ਹੋ ਗਏ। ਕਹਿੰਦੇ ਉਹਦੇ ਵਿੱਚੋਂ ਨਿੱਕੇ ਨਿੱਕੇ ਕੀਟ ਨਿਕਲੇ, ਕੀੜੇ ਨਿਕਲੇ ਕਈ ਤਰ੍ਹਾਂ ਦੇ। ਸਮਰੱਥ ਰਾਮਦਾਸ ਕਹਿਣ ਲੱਗੇ ਤੂੰ ਮਹੱਲ ਬਣਾਇਆ, ਕਈ ਮਜ਼ਦੂਰਾਂ ਨੂੰ ਰਿਜ਼ਕ ਮਿਲਿਆ, ਤੇਰੇ ਕਰਕੇ ਪ੍ਰਸ਼ਾਦ ਪਾਣੀ ਮਿਲਿਆ, ਫਿਰ ਆਹ ਜਿਹੜੇ ਪੱਥਰਾਂ ਵਿੱਚੋਂ ਕੀੜੇ ਨਿਕਲੇ ਇਹਨਾਂ ਨੂੰ ਰਿਜ਼ਕ ਕੌਣ ਦੇ ਰਿਹਾ? ਉਹਨੂੰ ਸਮਝ ਆ ਗਈ, ਗਿਆਤ ਆ ਗਈ। ਸਮਰੱਥ ਰਾਮਦਾਸ ਨੇ ਕਿਹਾ ਨਹੀਂ, ਉਹ ਪਰਮੇਸ਼ਵਰ ਵਿਧਾਤਾ ਹੈ, ਉਹ ਵਿਧੀਆਂ ਬਣਾਉਣ ਵਾਲਾ। ਉਹਨੇ ਸਾਰੇ ਬਹਾਨੇ ਬਣਾਏ ਨੇ, ਕਿਵੇਂ ਕਿਵੇਂ ਕਿਸੇ ਨੂੰ ਰਿਜ਼ਕ ਪਹੁੰਚਾਉਣਾ ਹੈ। ਇਹ ਉਹ ਬੇਅੰਤ ਹੈ, ਕਿਸੇ ਮਨੁੱਖ ਦੇ ਵਸ ਨਹੀਂ। ਉਹਨੇ ਮਨੁੱਖ ਕਈ ਵਾਰੀ ਸੋਚ ਜਾਂਦਾ ਅਜਿਹੇ ਖਿਆਲ ਵੀ ਸ਼ਾਇਦ ਮੇਰੇ ਕਰਕੇ ਇਹਦਾ ਕੰਮ ਚੱਲਦਾ, ਮੇਰੇ ਕਰਕੇ ਇਹਨੂੰ ਰਿਜ਼ਕ ਮਿਲਦਾ। ਇਹ ਭੁਲੇਖਾ ਹੈ, ਕਿਉਂਕਿ ਗੁਰੂ ਦੇ ਬਾਣੀ ਦੇ ਬਚਨ ਨੇ ਸਭਨਾ ਜੀਆਂ ਕਾ ਇੱਕ ਦਾਤਾ, ਸਾਰਿਆਂ ਦਾ ਦਾਤਾਰ ਇੱਕੋ ਹੈ, ਸੋ ਮੈਂ ਬਿਸਰ ਨਾ ਜਾਈ। ਜਾਂ ਬਾਣੀ ਵਿੱਚ ਕਿਹਾ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦਾਤਾਰ ਸਭ ਦਾ ਇੱਕ ਮਾਲਕ ਹੈ, ਸਾਰਾ ਸੰਸਾਰ ਮੰਗਤਿਆਂ ਦਾ ਹੈ। ਤਾਂ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਵਿੱਚ ਕਹਿ ਰਹੇ, ਕਹਿੰਦੇ ਅੰਤ ਨਾ ਸਿਫਤੀ ਕਹਿਨ ਨਾ ਅੰਤ। हे ਪ੍ਰਮਾਤਮਾ ਤੇਰੀ ਕੋਈ ਸਿਫਤ ਕਰੇ ਤੇਰਾ ਅੰਤ ਨਹੀਂ ਪਾ ਸਕਦਾ, ਤੇਰੇ ਪ੍ਰਤੀ ਕੁਝ ਕੋਈ ਕਹੀ ਜਾਏ ਤੂੰ ਇੰਨਾ ਬੇਅੰਤ ਹੈ, ਕਹਿ ਕਹਿ ਕੇ ਵੀ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਫਿਰ ਅਗਲੇ ਬਚਨ ਕਹੇ ਅੰਤ ਨਾ ਕਰਨੈ ਦੇਨ ਨਾ ਅੰਤ। ਤੂੰ ਕਾਦਰ ਨੇ ਕੁਦਰਤ ਵਿੱਚ ਕੀ ਕੁਝ ਕੀਤਾ ਹੋਇਆ ਇਹਦਾ ਕੋਈ ਅੰਤ ਨਹੀਂ। ਸ੍ਰਿਸ਼ਟੀ ਵਿੱਚ ਕਿੰਨੀ ਰਚਨਾ ਰਚ ਦਿੱਤੀ, ਕਿਵੇਂ ਕਿਵੇਂ ਇਹ ਬਖਸ਼ਿਸ਼ਾਂ ਵਰਤਾਈਆਂ। ਕਲਗੀਧਰ ਜੀ ਨੇ ਕਥਾ ਕਿਹਾ ਵੀ ਇਹ ਸੁਭਾਅ ਬਣਾ ਦਿੱਤੇ ਪਰਮੇਸ਼ਵਰ ਨੇ। ਤੁਸੀਂ ਵੇਖੋ ਤੱਤਾਂ ਦੇ ਸੁਭਾਅ ਬਣਾਏ, ਮਿੱਟੀ ਦਾ ਸੁਭਾਅ ਬਣਾਇਆ ਵੀ ਜੇ ਤੇਰੇ ਅੰਦਰ ਕੋਈ ਇੱਕ ਬੀਜ ਪਾਏ ਤੇ ਉਹਨੂੰ ਕਈ ਗੁਣਾ ਫਲ ਦੇਣੇ। ਅੱਗ ਦਾ ਸੁਭਾਅ ਬਣਾਇਆ ਵੀ ਤੇਰੇ ਸਾਹਮਣੇ ਜੋ ਆ ਗਿਆ ਤੂੰ ਛੇਕ ਲਾ ਕੇ ਉਹਨੂੰ ਸਵਾਹ ਕਰਨਾ। ਸੁਭਾਅ ਬਣਾਏ ਨਾ ਪਰਮੇਸ਼ਵਰ ਨੇ। ਹਰ ਚੀਜ਼ ਦਾ ਪਾਣੀ ਦਾ ਸੁਭਾਅ ਬਣਾ ਦਿੱਤਾ। ਤੂੰ ਨਿਵਾਰਨ ਵਾਲੇ ਪਾਸੇ ਤੁਰਨਾ ਤੇ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਭਾਵੇਂ ਕੋਈ ਪਸ਼ੂ ਆਏ, ਪੰਛੀ, ਮਨੁੱਖ ਆਏ, ਜਿਹੜਾ ਤੈਨੂੰ ਪੀਏ ਤੇ ਤ੍ਰਿਪਤੀ ਹੋ ਜਾਏ। ਇਹ ਸਾਰੇ ਉਸ ਮਾਲਕ ਦੇ ਬਣਾਏ ਸੁਭਾਅ ਨੇ। ਤੇ ਗੁਰੂ ਬਾਣੀ ਵਿੱਚ ਕਹਿ ਰਹੇ ਨੇ, ਕਹਿਣ ਲੱਗੇ ਅੰਤ ਨਾ ਕਰਨਾ, ਤੇਰੇ ਕੀਤੇ ਦਾ ਕੋਈ ਅੰਤ ਨਹੀਂ। ਦੇਨ ਨਾ ਅੰਤ, ਤੇ ਤੂੰ ਜੀਵਾਂ ਨੂੰ ਕਿਵੇਂ ਕਿਵੇਂ ਦਾਤਾਂ ਦੇਈ ਜਾ ਰਿਹਾ ਹੈ, ਮਾਲਕ ਇਸ ਗੱਲ ਦਾ ਵੀ ਕੋਈ ਅੰਤ ਨਹੀਂ। ਹਾਂ ਇਹ ਗੱਲ ਵੱਖਰੀ ਹੈ, ਬਾਣੀ ਇਸ ਗੱਲ ਨੂੰ ਕਹਿੰਦੀ ਹੈ ਕਿ ਮਨੁੱਖ ਦਾ ਸੁਭਾਅ ਹੈ ਵੀ ਇਹ ਰੱਬ ਤੋਂ ਦਾਤ ਲੈ ਕੇ ਤੇ ਫਿਰ ਇਹਨੂੰ ਦਾਤ ਚੰਗੀ ਲੱਗਦੀ ਹੈ, ਦਾਤਾਰ ਭੁਲਾ ਦਿੰਦਾ। ਬਾਣੀ ਵਿੱਚ ਇੱਕ ਬਚਨ ਆਉਂਦਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਰ ਇਹ ਭੁਲਾ ਦਿੰਦਾ, ਦਾਤ ਨਾਲ ਇਹ ਨਹੀਂ ਕਰਦਾ। ਜਾਂ ਇਹਦੀ ਬਿਰਤੀ ਜੋ ਗੁਰੂ ਅਰਜਨ ਸਾਹਿਬ ਨੇ ਕਿਹਾ ਹੈ
ਵੀ ਇਹਨੂੰ 10 ਵਸਤੂ ਰੱਬ ਨੇ ਦਿੱਤੀਆਂ ਤੇ ਉਹਦਾ ਸ਼ੁਕਰ ਨਹੀਂ ਕਰਦਾ, ਇੱਕ ਨਹੀਂ ਮਿਲੀ ਤੇ ਉਹਦੇ ਉਲਾਂਭੇ ਦੇਗਾ। ਇਹਦੀ ਆਹ ਬਿਰਤੀ ਹੈ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀ ਨਾ ਦੇ 10 ਪੀ ਹਿਰ ਲੈ, ਤੋ ਮੂੜਾ ਕਹੋ ਕਹਾਂ ਕਰੇ। ਸੁਖਮਨੀ ਸਾਹਿਬ ਵਿੱਚ ਕਿਹਾ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਕੂ ਕੀਜੈ ਸਦ ਨਮਸਕਾਰਾ। ਹਜੂਰ ਕਹਿੰਦੇ ਤੂੰ ਰੱਬ ਦਾ ਸ਼ੁਕਰ ਕਰ, ਜਿਹੜੀਆਂ 10 ਦਿੱਤੀਆਂ ਉਹ ਵੀ ਖੋਹ ਲੈ, ਫਿਰ ਰੱਬ ਦਾ ਕੀ ਕਰੇਗਾ? ਕੁਝ ਵਿਗਾੜਿਆ ਤੇ ਜਾਏਗਾ ਨਹੀਂ। ਤਾਂ ਉਹਦਾ ਅੰਤ ਕੋਈ ਨਹੀਂ। ਅੰਤ ਨਾ ਕਰਨੇ ਦੇਨ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਕਹਿੰਦੇ ਮਾਲਕ ਦਾ ਵੇਖਣ ਤੇ ਸੁਣਨ ਦਾ ਵੀ ਕੋਈ ਅੰਤ ਨਹੀਂ। ਵੇਖਣ ਤੇ ਸੁਣਨ ਦਾ ਕੀ ਅੰਤ? ਵੇਖਣ ਤੋਂ ਭਾਵ ਉਹ ਸਭ ਨੂੰ ਵੇਖੀ ਜਾ ਰਿਹਾ, ਕਿਹੜਾ ਜੀਵ ਕੀ ਕਰਦਾ ਹੈ। ਬਾਣੀ ਵਿੱਚ ਇੱਕ ਬਚਨ ਆਉਂਦਾ, ਚਿੱਤੈ ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਏਂਦਾ। ਕਹਿੰਦੇ ਉਹਦੇ ਚਿੱਤ ਵਿੱਚ ਸਾਰੇ ਨੇ, ਸਭ ਨੂੰ ਆਪਣੀ ਨਜ਼ਰ ਹੇਠ ਚਲਾਈ ਜਾ ਰਿਹਾ। ਤਾਂ ਹਜ਼ੂਰ ਨੇ ਬਚਨ ਵਰਤੇ, ਕਹਿੰਦੇ ਭਾਈ ਅੰਤ ਨਾ ਵੇਖਣ, ਉਹਦੇ ਦੇਖਣ ਦਾ ਕੋਈ ਅੰਤ ਨਹੀਂ। ਜੀਵਾਂ ਨੂੰ ਦੇਖਦਾ ਹੈ। ਬਾਣੀ ਵਿੱਚ ਇੱਕ ਬਚਨ ਆਉਂਦਾ, ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥ ਹੈ। ਬੰਦਾ ਕਈ ਵਾਰੀ ਕਰਮ ਕਰਦਾ ਹੈ ਤੇ ਫਿਰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਹਜ਼ੂਰ ਕਹਿਣ ਲੱਗੇ, ਤੇਰੇ ਚੰਗੇ ਬੁਰੇ ਕਰਮ ਨੂੰ ਉਹ ਤੇ ਹਰ ਵੇਲੇ ਵੇਖ ਰਿਹਾ। ਬਾਣੀ ਵਿੱਚ ਇੱਕ ਬਚਨ ਹੋਰ ਵੀ ਆਉਂਦਾ ਹੈ, ਮਹਾਰਾਜ ਕਹਿੰਦੇ, ਹੱਟ ਪਟਨ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਬੜੇ ਧਿਆਨ ਨਾਲ ਸੁਣਿਓ, ਬਾਣੀ ਦਾ ਅਰਥ ਹੈ, ਕਹਿੰਦੇ ਜਦੋਂ ਇਹ ਕੋਈ ਚੋਰ ਕਰਮ ਕਰਦਾ ਹੈ ਨਾ, ਕੋਈ ਮਾੜਾ ਕਰਮ ਕਰਦਾ ਹੈ, ਕਿਸੇ ਦਾ ਕੋਈ ਜੰਦਰਾ ਤਾਲਾ ਭੰਨਦਾ ਹੈ, ਬੁਰਾ ਕਰਮ ਕਰਦਾ ਤੇ ਅੱਗੋਂ ਪਿੱਛੋਂ ਵੇਖਦਾ ਵੀ ਮੈਨੂੰ ਕੋਈ ਵੇਖ ਤੇ ਨਹੀਂ ਰਿਹਾ, ਧਿਆਨ ਮਾਰਦਾ ਚੰਗੀ ਤਰ੍ਹਾਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਤੂੰ ਬੰਦਿਆਂ ਤੋਂ ਛੁਪਾ ਲਏਗਾ। ਹੱਟ ਪਟਨ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ। ਪਰ ਅਗਲਾ ਬਚਨ ਕੀ ਕਿਹਾ? ਕਹਿੰਦੇ ਤੁਝ ਤੇ ਕਹਾਂ ਛਿਪਾਵੈ। ਪਰ ਮਾਲਕ ਤੂੰ ਕਿਵੇਂ ਛੁਪਾਏਗਾ? ਉਹ ਤੇ ਵੇਖ ਰਿਹਾ, ਉਹਦੇ ਵੇਖਣ ਦਾ ਅੰਤ ਵੀ ਕੋਈ ਨਹੀਂ। ਉਹਨੂੰ ਅਸੀਂ ਨਹੀਂ ਵੇਖ ਸਕਦੇ, ਪਰ ਉਹ ਵੇਖ ਰਿਹਾ। ਤਾਂ ਗੁਰੂ ਨੇ ਬਾਣੀ ਵਿੱਚ ਕਿਹਾ, ਕਹਿੰਦੇ ਅੰਤ ਨਾ ਵੇਖਣ, ਵੇਖਣ ਦਾ ਕੋਈ ਅੰਤ ਨਹੀਂ। ਇੱਕ ਇੱਕ ਜੀਵ ਨੂੰ ਵੇਖੀ ਜਾ ਰਿਹਾ। ਸੁਣਨ ਨਾ ਅੰਤ, ਉਸ ਮਾਲਕ ਦੇ ਸੁਣਨ ਦਾ ਵੀ ਕੋਈ ਅੰਤ ਨਹੀਂ। ਭਾਵ ਉਹ ਹਰ ਇੱਕ ਦੀ ਪੁਕਾਰ ਤੇ ਅੰਦਰ ਦੀ ਬੇਵਲਤਾ ਸੁਣੀ ਵੀ ਜਾ ਰਹੀ ਹੈ, ਉਹ ਸੁਣ ਵੀ ਰਿਹਾ ਹੈ। ਤੁਹਾਨੂੰ ਬਾਣੀ ਵਿੱਚੋਂ ਕੁਝ ਪ੍ਰਮਾਣ ਮਿਲਣਗੇ। ਭਗਤ ਸਾਹਿਬਾਨਾਂ ਨੇ ਖੁਦਾ ਨਾਲ ਸਿੱਧੀ ਗੱਲ ਕੀਤੀ। ਬਾਣੀ ਵਿੱਚ ਇੱਕ ਭਗਤ ਨਾਮਦੇਵ ਜੀ ਦਾ ਬਚਨ ਆਉਂਦਾ ਹੈ, ਸ਼ਬਦ ਤੇ ਉਹ ਲੰਬੇਰਾ ਹੈ ਵੀ ਪਹਿਲ ਪੁਰੀਏ ਪੁੰਡਰਕ ਬਣਾ, ਤਾਤੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰ ਸਾਬਰਾ ਅਥੂਣ ਪੁਰਸਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਇਹ ਸਾਰਾ ਸ਼ਬਦ ਹੈ। ਇਹਦੇ ਵਿੱਚ ਸਾਰੀ ਵਿਆਖਿਆ ਕੀਤੀ ਵੀ ਪਹਿਲੋ ਪਹਿਲ ਪਰਮਾਤਮਾ ਤੂੰ ਸੀ, ਤੇਰੀ ਕਿਰਪਾ ਦੇ ਨਾਲ ਮਾਨੋ ਸੰਸਾਰ ਇੱਕ ਕੌਲ ਫੁੱਲਾਂ ਦਾ ਬਾਗ ਬਣ ਗਿਆ। ਇੱਥੇ ਮਨੁੱਖ ਤੇ ਮਰਦ ਤੇ ਇਸਤਰੀ ਬਣ ਗਏ। ਇਹ ਸਾਰੀ ਤੇਰੀ ਰਚਨਾ ਹੈ। ਪਰ ਅਖੀਰ ਤੇ ਜਾ ਕੇ ਕੁਝ ਬਚਨ ਕਹੇ ਆ, ਕਹਿੰਦੇ ਪਿੰਡੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਕਹਿੰਦੇ ਮਾਲਕ ਅਸੀਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਤੇਰੇ ਕੋਲ ਆਏ ਆ। ਇਹ ਬੜੇ ਧਿਆਨ ਨਾਲ ਸੁਣੋ, ਇਹ ਸ਼ਬਦ ਨੂੰ ਬਾਬਾ ਨਾਮਦੇਵ ਸਾਹਿਬ ਕਹਿ ਰਹੇ ਨੇ। ਕਹਿੰਦੇ ਜਿਵੇਂ ਖੂਹ ਦੀ ਟਿੰਡ ਭਰਦੀ ਹੈ, ਥੱਲੇ ਜਾ ਕੇ ਬਾਹਰ ਆਉਂਦੀ ਹੈ ਤੇ ਉੱਪਰੋਂ ਜਦੋਂ
ਫਿਰ ਉਹ ਫੇਰਾ ਪਾਉਂਦੀ ਹੈ, ਖਾਲੀ ਹੋ ਜਾਂਦੀ ਹੈ। ਖੂਹ ਦੀ ਟਿੰਡ ਆਪ ਜੀ ਨੂੰ ਪਤਾ ਹੈ, ਖੂਹ ਵਿੱਚੋਂ ਪਾਣੀ ਦੀ ਭਰਨਾ, ਬਾਹਰ ਹੋ ਕੇ ਖਾਲੀ ਹੋ ਜਾਣਾ। ਭਗਤ ਨਾਮਦੇਵ ਜੀ ਕਹਿੰਦੇ ਮਾਲਕ ਅਸੀਂ ਬਿਲਕੁਲ ਇਸੇ ਤਰ੍ਹਾਂ ਤੇਰੇ ਕੋਲ ਜੂਨਾਂ ਵਿੱਚ ਦੀ ਭਟਕਦਿਆਂ ਕਦੀ ਤੂੰ ਸਵਾਸਾਂ ਨਾਲ ਭਰ ਕੇ ਆ ਸਰੀਰ ਰੂਪੀ ਖੂਹ ਦੀ ਟਿੰਡ ਤੋੜ ਦਿੰਦਾ ਸੀ, ਹੌਲੀ ਹੌਲੀ ਇਹ ਖੂਹ ਦੀ ਟਿੰਡ ਖਾਲੀ ਹੋ ਜਾਂਦੀ ਸਵਾਸਾਂ ਦੀ, ਫਿਰ ਤੂੰ ਨਵਾਂ ਜਨਮ ਦੇ ਕੇ ਤੋੜ ਦਿੰਨੇ, ਫਿਰ ਖਾਲੀ ਹੋ ਜਾਂਦੀ, ਫਿਰ ਤੋੜ ਦਿੰਨੇ। ਇਹ ਲੰਮੇ ਸਿਲਸਿਲੇ ਵਿੱਚੋਂ ਨਿਕਲ ਕੇ ਤੇਰੇ ਕੋਲ ਆਏ ਆ। ਪਿੰਦੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਤੇ ਭਗਤ ਨਾਮਦੇਵ ਜੀ ਕਹਿੰਦੇ ਅੱਗੋਂ ਪ੍ਰਮਾਤਮਾ ਨੇ ਪੁੱਛ ਲਿਆ ਵੀ ਤੂੰ ਕੌਣ ਹੈ, ਤੂੰ ਕੌਣ ਰੇ। ਵੇਖੋ ਬਾਣੀ ਦਾ ਬੋਲ ਹੈ। ਕਹਿੰਦੇ ਮੈਂ ਅੱਗੋਂ ਕਿਹਾ ਵੀ ਮਹਾਰਾਜ ਮੈਂ ਜੀ ਨਾਮਾ। ਜਦੋਂ ਪਰਮੇਸ਼ਵਰ ਨੇ ਪੁੱਛਿਆ ਨਾ ਵੀ ਤੂੰ ਕੌਣ ਹੈ, ਜਿਹੜਾ ਇਹ ਬੇਨਤੀ ਕਹਿ ਰਹੇ ਹੈ ਵੀ ਮੈਂ ਭਟਕਦਾ ਆਇਆ, ਤੂੰ ਕੌਣ ਰੇ। ਕਹਿੰਦੇ ਮੈਂ ਖੁਦਾ ਨੂੰ ਕਿਹਾ ਮੈਂ ਜੀ ਨਾਮਾ, ਮੈਂ ਭਗਤ ਨਾਮਦੇਵ ਹਾਂ। ਹੋ ਜੀ ਹੇ ਪ੍ਰਮਾਤਮਾ ਤੈਨੂੰ ਇੱਕ ਬੇਨਤੀ ਆਖਣੇ ਵੀ ਆਲਾ ਤੇ ਨਿਵਾਰਨਾ ਜਮ ਕਾਰਨਾ, ਮੈਨੂੰ ਜਮਾਂ ਦੀ ਮਾਰ ਤੋਂ ਬਚਾ ਕੇ ਤੇ ਸਤਿਗੁਰੂ ਇਸ ਭਵਜਲ ਸੰਸਾਰ ਸਮੁੰਦਰ ਨੂੰ ਮੈਂ ਪਾਰ ਕਰ ਸਕਾਂ, ਇਹ ਬਖਸ਼ਿਸ਼ ਮੇਰੇ ਤੇ ਵਰਤਾਓ। ਤਾਂ ਮੈਂ ਬੇਨਤੀ ਕਹਿ ਰਿਹਾ ਸਾਂ ਵੀ ਗੁਰੂ ਨੇ ਜਪਜੀ ਸਾਹਿਬ ਵਿੱਚ ਕਿਹਾ ਵੀ ਅੰਤ ਨਾ ਵੇਖਣ ਸੁਣਨ ਨਾ ਅੰਤ। ਉਹਦੇ ਵੇਖਣ ਦਾ ਵੀ ਕੋਈ ਅੰਤ ਨਹੀਂ ਤੇ ਉਹਦੇ ਸੁਣਨ ਦਾ ਵੀ ਕੋਈ ਅੰਤ ਨਹੀਂ। ਉਹ ਸੁਣ ਵੀ ਰਿਹਾ, ਸਭ ਨੂੰ ਵੇਖੀ ਵੀ ਜਾ ਰਿਹਾ। ਹਰ ਇੱਕ ਦੀ ਪੁਕਾਰ। ਬਾਣੀ ਵਿੱਚ ਇੱਕ ਬਚਨ ਹੋਰ ਆਉਂਦਾ ਵੀ ਸਦ ਸੁਣਦਾ ਸਦ ਵੇਖਦਾ। ਜੀਵਾਂ ਦੀ ਸੁਣਦਾ ਵੀ ਹੈ ਤੇ ਜੀਵਾਂ ਨੂੰ ਵੇਖਦਾ ਵੀ ਹੈ। ਮਹਾਰਾਜ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਤਾਂ ਫਿਰ ਅਗਲੇ ਬਚਨ ਵਰਤੇ, ਕਹਿੰਦੇ ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਮੰਤ ਜਿਹੜਾ ਸ਼ਬਦ ਹੈ ਨਾ, ਕਿਆ ਮਨ ਮੰਤ, ਮੰਤ ਦਾ ਅਰਥ ਫੁਰਨਾ, ਮਨ। ਕਹਿੰਦੇ ਪਰਮੇਸ਼ਵਰ ਦੇ ਮਨ ਦਾ ਕੀ ਖਿਆਲ ਹੈ, ਪਰਮਾਤਮਾ ਦਾ ਕੀ ਫੁਰਨਾ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਕਿਸੇ ਨੂੰ ਇਹ ਨਹੀਂ ਪਤਾ ਵੀ ਉਹਨੇ ਕੀ ਕਰਨਾ, ਉਹਦਾ ਕੀ ਫੁਰਨਾ, ਕੀ ਉਹਦਾ ਖਿਆਲ ਹੈ। ਫਿਰ ਧਿਆਨ ਨਾਲ ਸੁਣਿਓ, ਅੰਤ ਨਾ ਜਾਪੈ ਕਿਆ ਮਨ ਮੰਤ। ਕਹਿੰਦੇ ਪਰਮਾਤਮਾ ਦੇ ਮਨ ਦਾ ਕੀ ਖਿਆਲ ਹੈ, ਉਸ ਪਰਮਾਤਮਾ ਦੇ ਅੰਦਰ ਦਾ ਕੀ ਫੁਰਨਾ ਹੈ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਕਿਸੇ ਨੂੰ ਕੁਝ ਨਹੀਂ ਪਤਾ। ਬਾਣੀ ਵਿੱਚ ਕੁਝ ਗੱਲਾਂ ਕਹੀਆਂ ਗਈਆਂ, ਸਮਝਾਇਆ ਗਿਆ। ਇੱਕ ਤੇ ਬਾਣੀ ਵਿੱਚ ਬਚਨ ਆਉਂਦਾ ਵੀ ਬੰਦੇ ਨੇ ਕੋਈ ਕੰਮ ਕਰਨਾ ਹੋਵੇ ਨਾ, ਖਾਸ ਕਰਕੇ ਕੋਈ ਚੰਗਾ ਮੰਦਾ ਕੰਮ ਕਰਨ ਵੇਲੇ ਛੇਤੀ ਕੀਤੇ ਸਲਾਹ ਨਹੀਂ ਲੈਂਦਾ, ਉਹ ਤੇ ਛੁਪਾਉਂਦਾ, ਇਹਦਾ ਸੁਭਾਅ ਹੈ। ਪਰ ਉਂਝ ਇਹਦੀ ਬਿਰਤੀ ਵੀ ਕੋਈ ਕੰਮ ਕਰਨਾ ਹੋਵੇ ਤੇ ਇਹ ਸਲਾਹ ਲੈਂਦਾ ਘਰ ਦੇ ਜੀਆਂ ਦੀ, ਸਾਕ ਸੰਬੰਧੀਆਂ ਦੀ, ਵੀ ਆਹ ਕੰਮ ਕਰਾਂ ਜਾਂ ਨਾ ਕਰਾਂ। ਵੈਸੇ ਜਿਹੜਾ ਅੱਜ ਦਾ ਸਮੇਂ ਸਭ ਤੋਂ ਵੱਧ ਸਲਾਹ ਲੈਂਦਾ ਇਹ ਧਰਮ ਦਾ ਕੰਮ ਕਰਨ ਵੇਲੇ, ਵੀ ਦੱਸੋ ਅੰਮ੍ਰਿਤ ਛਕਾਂ ਜਾਂ ਨਾ ਛਕਾਂ, ਦੱਸੋ ਕੇਸ ਰੱਖ ਲਵਾਂ, ਦਸਤਾਰ ਬੰਨ ਲਵਾਂ ਕਿ ਨਾ ਬੰਨਾਂ। ਹਾਲਾਂਕਿ ਇਹ ਸਲਾਹ ਲੈਣੀ ਨਹੀਂ ਚਾਹੀਦੀ, ਇਹ ਤੇ ਕਰਮ ਹੀ ਕਰਨਾ ਚਾਹੀਦਾ। ਪਰ ਮੰਦਾ ਕਰਮ ਬੰਦੇ ਨੇ ਕਰਨਾ ਹੋਵੇ ਤੇ ਇਹ ਛੁਪਾਉਂਦਾ, ਕਿਸੇ ਦੀ ਸਲਾਹ ਨਹੀਂ ਲੈਂਦਾ। ਉੱਥੇ ਤੇ ਕਹਿੰਦਾ ਕਿਸੇ ਨੂੰ ਪਤਾ ਨਾ ਲੱਗ ਜਾਏ। ਪਰ ਗੁਰੂ ਨੇ ਇੱਕ ਗੱਲ ਕਹੀ, ਕਹਿੰਦੇ ਜਿਹੜਾ ਪਰਮਾਤਮਾ ਹੈ ਨਾ, ਉਹ ਕਦੀ ਕਿਸੇ ਦੀ ਸਲਾਹ ਨਹੀਂ ਲੈਂਦਾ। ਇਹ ਨਹੀਂ ਵੀ ਉਹਨੇ ਕਮੇਟੀ ਮੈਂਬਰ ਬਿਠਾਏ ਨੇ ਵੀ ਦੱਸੋ ਆਹ ਕੰਮ ਕਰਨ ਲੱਗਿਆ ਕਰਾਂ ਕਿ ਨਾ। ਬਾਣੀ ਵਿੱਚ ਇੱਕ ਬਚਨ ਆਉਂਦਾ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਉਹ ਬਿਨ ਸਲਾਹ ਲਿਆ ਜੋ ਉਹਦੇ ਚਿੱਤ ਵਿੱਚ ਆਉਂਦਾ ਉਹ ਕਰਦਾ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਦੇ ਕੀ ਸਲਾਹ ਹੈ, ਉਹਦਾ ਕੀ ਮਸ਼ਵਰਾ ਹੈ, ਅੰਦਰ ਕੀ ਫੁਰਨਾ, ਇਹਦਾ ਕੋਈ ਅੰਤ ਨਹੀਂ ਕਿਸੇ ਕੋਲ। ਇਹਨੂੰ ਭਗਤ ਕਬੀਰ ਸਾਹਿਬ ਨੇ ਇੱਕ ਸ਼ਬਦ ਵਿੱਚ ਕਿਹਾ, ਕਹਿੰਦੇ ਉਹ ਤੇ ਇੰਨਾ ਬੇਅੰਤ ਹੈ, ਉਹਦੀਆਂ ਉਹੀ ਜਾਣਦਾ ਹੈ,
कई उदाहरणा दित्तियां, कई बचन आखे। कहन लगे राजा श्रम मित नहीं जानी तेरी, तेरे संतन की हों चेरी। ते तेरा कोई पता नहीं, जड़ा घरों हसदा गया है ना, तेरी कोई रजा बरत जो वापस कर रोंदा आवे। ते तेरा की पता जड़ा खिन पैंदा पहला घरों हसदा रोंदा गया है, वो वापस ऐन प्रसन्न होके खुश हुंदा आवे। कहने मालक तू बसदियां नूं एक खिन विच उजाड़ सकना है, ते तू उजड़ चुकिया नूं एक खिन च वसा दिना। तू जिथे पानी दा प्रवाह है उत्थे थल कर दिना। मारू थल पानी दी बूंद लभनी मुश्किल हो जाती है, ते जिथे पानी दी एक बूंद नहीं तू उत्थे जल दे प्रवाह वगा दिना। तेरा की अंत है हे परमात्मा, तू ते पंडितां नूं मूर्ख बना दिना, ते जड़े बिल्कुल ऐन मूर्ख सन उन्हां नूं पंडित विद्वान बना दिना। तेरा कोई पता नहीं, भिखारियां नूं बादशाह बना दिना, ते बादशाहां नूं तू भिखारी बना दिना। बस तैनूं ते कली नमस्कार चंगी है, पर तेरा अंत नहीं पाया जा सकता। ये बचन महाराज ने बाणी विच कहे। कहंदे राजा श्रम मित नहीं जानी तेरी, तेरे संतन की हों चेरी। हस तो जाए सो रोवत आवे, रोवत जाए सो हसै। बस तो होए होए सो ऊजर, ऊजर होए सो बसै। जल ते थल कर थल ते कुआं, कूप ते मेर करावै। धरती ते आकाश चढ़ावै, चढ़े आकाश गिरावै। खल मूर्ख ते पंडित करबू, पंडित ते मुगधारी। महाराज कहन लगे राजा ते भिखारी ते राज करावै, राजा ते भिखारी। मारे कहन लगे तेरा अंत कोई नहीं पा सकता। इत्थे महाराज ने कहा, कहंदे अंत ना जापै क्या मन मंत। तेरे मन दा की फुरना, इहदा कोई अंत नहीं। ते फिर मालक अंत न जापै क्या मन मंत, अंत न जापै कीता आकार। उस मालक वाहिगुरु ने ये आकार किवें बनाया सृष्टि दा, जो कुछ वेखने पे आ, ये आकार दा भी कोई अंत नहीं। किवें किवें उन्हें पैदाइश कर दी, किवें किवें उस मालक ने इस सृष्टि विच बेअंत बख्शिशां वरता दित्तियां, इहदा भी कोई अंत नहीं। अंत ना जापै पारावार। पारावार दा अर्थ हुंदा भी आरंभला ते अखीरला बन्ना। तू सृष्टि नूं आरंभ किवें कीता है ते सृष्टि दा अखीर किवें है, ये खेड़ दा कोई किसी नूं पता नहीं। देखो बेअंत लोग ने, साइंटिस्ट ने, वो लभी जा रहे ने मुड़ किवें वधिया, आरंभता किवें हुई, अखीर कदों होना। पर गुरु नानक साहब कहंदे नहीं, इहदा भी कोई अंत नहीं। अंत ना जापै पारावार, कोई अंत नहीं भी तू ये किवें आरंभ कीती ते किवें इहदा अखीर करेगा। फिर अगले बचन कह दिते, कहन लगे अंत कारण कीते बिल लाहे, ताकि अंत ना पाए जाए। कहंदे तेरा अंत लभण दे लई पता नहीं किन्ने बिलकदे चले गए। बिल लाहे दा अर्थ है कई बिलके, कईयां यतन कीता ते यतन कर करके बिलकदे चले गए, पर ताके अंत न पाए जाहे। पर परमेश्वर तेरा कोई अंत नहीं पा सकिया, तू इन्ना बेअंत है। गुरु नानक साहब महाराज ने बाणी विच ये भी बचन कहे भी नानक कागद लख मना, पढ़ पढ़ कीचै भाओ। मसू तोट न आवी, लेखन पाउन चलाओ। कहते लखा मन कागज कट्ठा हो जाए, कोई पढ़ी जाए ते सिफत करी जाए,
ਸਿਆਹੀ ਦੀ ਟੋਟ ਨਾ ਆਵੇ ਤੇ ਪਾਉਣ ਨੂੰ ਬਨਾਲੇ ਲਖਾਰੀ। ਦਿਨ ਰਾਤ ਰੱਬ ਦੀ ਸਿਫਤ ਵਿੱਚ ਲਿਖੀ ਜਾਏ ਤੇ ਕੋਈ ਅੰਤ ਪਾਉਣ ਦਾ ਯਤਨ ਕਰੇ ਤੇ ਪਰਮੇਸ਼ਵਰ ਦਾ ਕੋਈ ਅੰਤ ਨਹੀਂ ਪਾ ਸਕਦਾ। ਪੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾ ਨਾ। ਬਾਣੀ ਵਿੱਚ ਕਿਹਾ ਵੀ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। हे ਮਾਲਕ, ਤੂੰ ਮਾਨੋ ਇੱਕ ਦਰਿਆ ਦੀ ਤਰ੍ਹਾਂ ਹੈ, ਬੇਅੰਤ ਹੈ, ਤੇ ਮੈਂ ਇੱਕ ਮੱਛੀ ਦੀ ਤਰ੍ਹਾਂ। ਮੇਰੀ ਕੀ ਪਾਇਆ ਵੀ ਇੱਕ ਮੱਛੀ ਦਰਿਆ ਦਾ ਅੰਤ ਪਾ ਸਕੇ। ਤਾਂ ਹਜ਼ੂਰ ਇਹ ਗੱਲ ਇਹਨਾਂ ਸ਼ਬਦਾਂ ਵਿੱਚ ਬਾਰ-ਬਾਰ ਕਹਿ ਰਹੇ ਨੇ, हे ਮਾਲਕ, ਨਾ ਤਾਂ ਤੇਰੀ ਸਿਫਤ ਕਰਕੇ ਤੇ ਤੇਰੇ ਪ੍ਰਤੀ ਕੁਝ ਕਹਿ ਕੇ ਅੰਤ ਪਾਇਆ ਜਾ ਸਕਦਾ, ਨਾ ਤੇਰੀ ਸ੍ਰਿਸ਼ਟੀ ਵਿੱਚ ਤੂੰ ਕੀ ਕੁਝ ਕੀਤਾ ਤੇ ਦਾਤਾ ਨੂੰ ਕਿਵੇਂ ਜੀਵਾਂ ਨੂੰ ਸੰਭਾਲਦਾ ਤੇਰਾ ਅੰਤ ਇਵੇਂ ਪਾ ਸਕਦਾ, ਨਾ ਤੇਰਾ ਸੁਣਨ ਤੇ ਵੇਖਣ ਦਾ ਕੋਈ ਅੰਤ ਹੈ, ਨਾ ਮਾਲਕ ਤੂੰ ਕਿਵੇਂ ਆਕਾਰ ਬਣਾਇਆ, ਤੇਰੇ ਮਨ ਵਿੱਚ ਕੀ ਖਿਆਲ ਕੀ ਫੁਰਨਾ ਚੱਲਦਾ ਹੈ, ਇਹਦਾ ਕੋਈ ਅੰਤ ਹੈ। ਤੇ ਮਾਲਕ, ਨਾ ਹੀ ਤੇਰਾ ਕੋਈ ਆਰੰਭਲਾ ਤੇ ਅਖੀਰਲਾ ਬੰਨਾ ਪਤਾ ਲੱਗਦਾ ਹੈ। ਤੇ ਕਹਿ ਲੱਗੇ ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਬੇਅੰਤ ਇਥੋਂ ਬਿਲਕਦੇ ਚਲੇ ਗਏ, ਪਰ ਤੇਰਾ ਅੰਤ ਨਹੀਂ ਪਾਇਆ ਗਿਆ। ਸਤਿਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ, ਅਸੀਂ ਉਸ ਮਾਲਕ ਦੇ ਚਰਨਾਂ ਵਿੱਚ